ਸੂਰਠ ਮਹਿਲਾ ਪਹਿਲਾ। ਚੌਤੁਕੇ ਮਾਏ ਬਾਪ ਕੋ ਬੇਟਾ ਨੀਕਾ, ससुरै चतुर जवाई। बाल कन्या काओ बाप प्यारा, भाई कहो अत भाई। माए बाप को बेटा नीका, ससुरै चतुर जवाई। बाल कन्या कहो बाप प्यारा, भाई कहो अत भाई। हुक्म भया बाहर घर छोड़िया, खिन मह भई पराई। नाम दान इशनान न मन मुख, तित तन धूड़ तुम्हाई। मन मानिया नाम सखाई, पाए परौं गुर कै बलिहारै। जिन साची बूझ बुझाई, रहाओ जग स्यों झूठ प्रीत मन बेधिया। जन स्यों वाद रचाई, माया मगन अहनिस मग जो है। नाम न लेवै मरै बिख खाई, गंधन वैण रता हितकारी। शब्द सुरत न आई, रंग न राता रस नहीं बीधिया। मन मुख पत गवाई, साध सभा मह सहज ना चाखिया। जिह्बा रस नहीं राई, मन तन धन अपना कर जानिया। दर की खबर ना पाई, अखी मीट चलिया अंधियारा। घर दर दिसै न पाई, जमदर बांधा ठौर न पावै। अपना किया कमाई, नदर करे तां अखी वेखां। कहना कथन न जाई, कन्नी सुन सुन शब्द सलाही। अमृत हृदय वसाई, निरभਉ निरंकार निर्वैर। पूर्ण जोत समाई, नानक गुर बिन भरम न भागै। सच नाम वड्याई, निरभਉ निरंकार निर्वैर। पूਰਨ जोत समाई, नानक गुर बिन भरम न भागै। सच नाम वड्याई। वाहिगुरु जी का खालसा, वाहिगुरु जी की फतेह। सतगुरु पातशाह साहिब जी दे पावन दरबार दीयां हाज़रियां भरदिया गुरु पातशाह साहिब जी दे अपने ही निज पावन स्वरूप शब्द नाल चित ला के जद आप सावधान ते एकाग्र चीत होए जुड़ मिल बैठे हो, पातशाह गुरुदेव जी दियां
ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਨੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ ਚੋਂ ਅਰਦਾਸ ਕਰਨਾ, ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼ਣ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ, ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਸੰਪੂਰਨ ਰੈਣ ਆਪਣੇ ਪਿਆਰ ਤੇ ਭਾਣੇ ਵਿੱਚ ਬਤੀਤ ਕਰਾਈ ਹੈ। ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਤੇ ਇਸ ਵਕਤ ਆਪਣੇ ਹੀ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਬਖਸ਼ਿਆ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਸੱਚੇ ਸਾਹਿਬ ਦੀ ਬਖਸ਼ਿਸ਼ ਦਾ ਦਰ ਖੁੱਲ੍ਹਦਾ ਹੈ। ਸਾਡੇ ਵਾਸਤੇ ਉਪਦੇਸ਼ ਪ੍ਰਾਪਤ ਹੁੰਦਾ ਹੈ ਅਤੇ ਥੋੜ੍ਹਾ ਜਿਹਾ ਸਾਨੂੰ ਮਹਾਰਾਜ ਸਖਤ ਲਹਿਜੇ 'ਚ ਕਹਿੰਦੇ ਨੇ, ਤੁਸੀਂ ਕੀ ਕੰਮ ਕਰਦੇ ਪਏ ਹੋ? ਮਨ ਰੇ ਕੌਣ ਕੋ ਮਤ ਤੈ ਲੀਨੀ। ਕਦੇ ਕਦੇ ਅਸੀਂ ਆਪਣੇ ਘਰ ਪਰਿਵਾਰ 'ਚ ਜਾਂ ਅਧਿਆਪਕੀ ਮੰਡਲ 'ਚ ਅਧਿਆਪਕਾਂ ਤੋਂ ਸੁਣਿਆ ਹੋਣਾ, ਕਿਹੜੇ ਪੁੱਠੇ ਰਾਹ ਪੈ ਗਏ ਹੋ, ਕੀ ਕੰਮ ਕਰਦੇ ਪਏ ਹੋ? ਉਹ ਸਵਾਲ ਪੁੱਛ ਲੈਂਦੇ ਨੇ। ਇਹ ਤਾਂ ਮਹਾਰਾਜ ਵੀ ਕਹਿੰਦੇ ਨੇ, ਮਨ ਰੇ ਕੌਣ ਕੋ ਮਤ ਤੇ ਲਈ, ਤੂੰ ਕਿਹੜੇ ਕੰਮ ਕਰਦਾ ਪਿਆ? ਇਹ ਮੱਤ ਜੋ ਲਈ ਹੈ ਇਹ ਚੰਗੀ ਨਹੀਂ ਹੈ। ਪਰ ਦਾਰਾ ਨਿੰਦਿਆ ਰਸ ਰਚਿਓ, ਨਿੰਦਾ ਵਿੱਚ ਪੈ ਕੇ ਪਰ ਧਨ ਦਾ ਧਿਆਨ ਤੇਰੇ ਅੰਦਰ ਵਸ ਗਿਆ। ਜਿਹੜਾ ਕੰਮ ਕਰਨ ਵਾਲਾ ਸੀ ਰਾਮ ਭਗਤੀ ਤੂੰ ਕੀਤੀ ਕੋਈ ਨਾ। ਫਿਰ ਮਹਾਰਾਜ ਕੀ ਕਰੀਏ? ਫਿਰ ਬੜਾ ਪਿਆਰ ਨਾਲ ਆਖਿਰ ਤੇ ਕਹਿੰਦੇ, ਮਾਨਸ ਦੇਹ ਪਾਏ ਪਦ ਪਹਾਰ ਭਜ, ਨਾਨਕ ਬਾਤ ਬਤਾਈ। ਤੈਨੂੰ ਇਹ ਗੱਲ ਦੱਸਦੇ ਆ ਕਿ ਭਾਈ ਤੈਨੂੰ ਸਰੀਰ ਮਿਲਿਆ ਏ, ਮਨੁੱਖਾ ਸਰੀਰ ਪ੍ਰਾਪਤ ਹੋਇਆ ਅਤੇ ਮਨੁੱਖਾ ਸਰੀਰ ਦੀ ਇੱਕ ਵੱਡੀ ਪਦਵੀ ਹੈ ਅਤੇ ਤੂੰ ਹਰੀ ਭਜਨ ਕਰਿਆ ਕਰ। ਇਹਦੇ ਨਾਲ ਸਾਨੂੰ ਸਮੱਤ ਦ੍ਰਿੜ ਹੁੰਦੀ ਕਿ ਅਸੀਂ ਸੰਸਾਰ ਦੇ ਰਸਾਂ ਕਸਾਂ ਤੋਂ ਆਪਣੇ ਆਪ ਨੂੰ ਜਿਤਨਾ ਹੋਵੇ ਬਚਾ ਸਕੀਏ ਅਤੇ ਹਰੀ ਭਜਨ ਵਿੱਚ ਜਿਤਨਾ ਹੋਵੇ ਜੁੜ ਸਕੀਏ। ਇਸੇ ਖਿਆਲ ਨੂੰ ਅਸੀਂ ਹੋਰ ਸਮਝਣ ਵਾਸਤੇ ਜਦੋਂ ਅੱਗੇ ਵੱਧਦੇ ਹਾਂ ਅਤੇ ਰਾਗ ਸੋਰਠ ਦੇ ਕੁਝ ਬਚਨ ਸਾਨੂੰ ਪ੍ਰਾਪਤ ਹੋ ਰਹੇ ਨੇ, ਕਿਉਂਕਿ ਰਾਗ ਸੋਰਠ ਆਰੰਭ ਹੋਏ ਅਤੇ ਇੱਕ ਬੇਨਤੀ ਕਰਾਂ, ਸੋਰਠ ਦਾ ਇੱਕ ਆਪਣਾ ਸੁਭਾਅ ਹੈ। ਜਿਹੜੇ ਥੋੜ੍ਹਾ ਜਿਹਾ ਰਾਗ ਕਲਾ ਦੇ ਨਾਲ ਜੁੜਦੇ ਨੇ, ਜਿਹਨੂੰ ਰਾਗ ਵਿਦਿਆ ਇੱਕ ਤਾਂ ਸੰਗੀਤ ਦੇ ਸੁਰਾਂ ਤੱਕ ਸੀਮਿਤ ਰਹਿ ਜਾਂਦੀ ਹੈ, ਅਤੇ ਜਿਹੜੇ ਰਾਗ ਕਲਾ ਨਾਲ ਜੁੜ ਜਾਂਦੇ ਨੇ ਉਹ ਸੰਗੀਤ ਦੇ ਇਹਨਾਂ ਰਾਗਾਂ ਦੇ ਸੁਭਾਅ ਨੂੰ ਪਛਾਣਨ ਲੱਗ ਪੈਂਦੇ ਨੇ। ਉਹ ਇਹਨਾਂ ਸੁਭਾਅ ਦੇ ਮੁਤਾਬਕ ਫਿਰ ਵਰਤਾਂ ਹੋਣ ਲੱਗ ਪੈਂਦਾ। ਅਸੀਂ ਸੁਣਿਆ ਵਡੇਰਿਆਂ ਤੋਂ ਨਾ ਕਿ ਭਾਈ ਕੋਈ ਸੰਗੀਤਕਾਰ ਰਾਗ ਮਲਹਾਰ ਵਜਾਉਂਦਾ ਅਤੇ ਗਾਉਂਦਾ ਸੀ ਅਤੇ ਮੀਂਹ ਦੀਆਂ ਕੜੀਆਂ ਪੈਣ ਲੱਗ ਪੈਂਦੀਆਂ, ਮੇਘ ਗਾਉਂਦਾ ਅਤੇ ਮੇਘ ਗੱਜਣ ਲੱਗ ਪੈਂਦੇ। ਜੇ ਕੋਈ ਦੀਪਕ ਗਾਉਂਦਾ ਅਤੇ ਭਾਈ ਤਾਮਸ਼ੀ ਪ੍ਰਗਟ ਹੋਣ ਲੱਗ ਪੈਂਦੀ, ਅੱਗ ਬਲਣ ਲੱਗ ਪੈਂਦੀ। ਇਹ ਉਹਨਾਂ ਦੇ ਸੁਭਾਅ ਨੇ। ਕਲਾ ਰਾਗ ਕਲਾ ਜੋ ਸਾਡੇ ਹਿਰਦੇ 'ਚ ਪ੍ਰਗਟ ਹੁੰਦੀ ਹੈ। ਗੁਰਬਾਣੀ ਚੂੰਕਿ ਐਸੀ ਕਲਾਵਾਂ ਨਹੀਂ ਵਰਤਦੀ ਨਾ, ਗੁਰਬਾਣੀ ਦੀ ਕਲਾ ਵਿਚਾਰ ਨੂੰ ਸੰਬੰਧ ਰੱਖਦੀ ਹੈ, ਕਿਉਂਕਿ ਸੰਪੂਰਨ ਗੁਰਬਾਣੀ ਵਿਚਾਰ ਮੰਡਲ ਵਿਚਾਰ ਖੇਤਰ ਦੇ ਗਿਆਨ ਖੰਡ ਦੀ ਹੈ। ਪਰ ਇਹਦੇ ਵਿੱਚ ਇਹਦਾ ਮਤਲਬ ਇਹ ਤਾਂ ਨਹੀਂ ਕਿ ਕੋਈ ਕਲਾਵਾਂ ਵਿਚਾਰ ਠਹਿਰ ਜਾਂਦੇ, ਨਹੀਂ, ਉਹਨਾਂ ਦੇ ਆਪਣੀ ਐਕਟੀਵੇਸ਼ਨ ਰਹਿੰਦੀ ਹੈ, ਉਹਨੂੰ ਸੁਧਾਰਿਆ ਜਾਂਦਾ ਹੈ। ਗੁਰਬਾਣੀ ਦੇ ਹਰ ਰਾਗ ਦੀ ਇੱਕ ਆਪਣੀ ਕਲਾ ਹੈ। ਜੇ ਵਡਹੰਸੀ ਕਲਾ ਹੁਣ ਤੱਕ ਅਸੀਂ ਪੜ੍ਹ ਰਹੇ ਸਾਂ, ਉਹਦੇ ਵਿੱਚ ਬਹੁਤਾਤ ਵਿੱਚ ਸਰੀਰ ਦੇ ਛੁੱਟਣ ਦਾ ਅਤੇ ਮ੍ਰਿਤੂ ਦਾ ਦਰਸ਼ਨ ਬਹੁਤਾ ਹੈ। ਰਾਗ ਸੋਰਠ ਦੇ ਵਿੱਚ ਬੈਰਾਗ ਹੈ, ਜੇ ਸਮਝ ਸਕੀਏ। ਪਰਿਵਾਰਕ ਮੰਡਲ ਦਾ ਵਿੱਚ ਬਹੁਤ ਸਾਰਾ ਖੁਲਾਸਾ ਸਾਨੂੰ ਅੱਗੇ ਵੱਧਦੇ ਮਿਲੇਗਾ। ਇਹੀ ਇੱਕ ਰਾਗ ਹੈ ਜਿਹਦੇ 'ਚ ਪਰਿਵਾਰ ਦੇ ਹਿੱਸਿਆਂ ਦਾ ਬਹੁਤ ਵੱਡਾ ਖੁਲਾਸਾ ਕੀਤਾ ਗਿਆ।
ਪੰਚਮ ਪਾਤਸ਼ਾਹ ਸਾਹਿਬ ਜੀ ਨੇ 6ਵੇਂ ਪਾਤਸ਼ਾਹ ਦੇ ਜਨਮ ਪ੍ਰਕਾਸ਼ ਦੇ ਵੇਲੇ ਦੀਆਂ ਗੱਲਾਂ ਇਸ ਰਾਗ ਵਿੱਚ ਕੀਤੀਆਂ ਨੇ। ਔਰ ਇਹਦੀ ਤੇ ਆਰੰਭਤਾ ਹੀ ਪਰਿਵਾਰਕ ਵਿਯੋਗ ਤੇ ਸੰਯੋਗ ਤੋਂ ਹੋਈ ਹੈ। ਦੂਸਰਾ ਸ਼ਬਦ ਆਪਾਂ ਜੋ ਕੱਲ੍ਹ ਵਾਚਦੇ ਸਾਂ ਵੀ ਪਰਿਵਾਰ ਦਾ, ਗੁਰੂ ਨਾਨਕ ਸਾਹਿਬ ਜੀ ਦੇ ਪਰਿਵਾਰ ਦੀ ਇੱਕ ਗੋਸ਼ਟੀ ਵਿਚਾਰਧਾਰਾ। ਅੱਜ ਦਾ ਸ਼ਬਦ ਜਿਹੜਾ ਹੈ ਉਹ ਉਹਦੇ ਤੋਂ ਅਗਲੀ ਟਿੱਪਣੀ ਆ, ਜਿਹੜੀ ਕਦੇ ਕਦੇ ਵਿਚਾਰ ਗੋਸ਼ਟੀ ਤੋਂ ਬਾਅਦ ਵਿੱਚ ਫੈਸਲਾਕੁਨ ਟਿੱਪਣੀ ਕੀਤੀ ਜਾਂਦੀ ਹੈ ਨਾ। ਅੱਜ ਮਹਾਰਾਜ ਦਾ ਜੋ ਪਾਵਨ ਬਚਨ ਹੈ ਕਿਤੇ ਸਮਝ ਸਕੀਏ, ਉਸ ਮੰਡਲ ਦੀ ਟਿੱਪਣੀ ਹੈ ਜੋ ਪਰਿਵਾਰ ਦੀ ਇੱਕ ਮੀਟਿੰਗ ਹੋਈ ਰਾਏ ਬੁਲਾਰ ਜੀ ਦੀ ਸੰਗਤ ਵਿੱਚ। ਰਾਏ ਬੁਲਾਰ ਜੀ ਦੇ ਘਰ ਬੈਠ ਕੇ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਦੇ ਪਰਿਵਾਰ ਦੀ ਮੀਟਿੰਗ ਹੋ ਰਹੀ ਹੈ, ਜਿਸ 'ਚ ਪਿਤਾ ਜੀ ਬੈਠਦੇ ਨੇ, ਚਾਚਾ ਜੀ ਬੈਠੇ ਨੇ, ਮਾਤਾ ਜੀ ਬੈਠੇ ਨੇ, ਹੋਰ ਵੀ ਜਿਹੜੇ ਪਰਿਵਾਰ ਦੇ ਵਡੇਰੇ ਆਂਢੀ ਗੁਆਂਢੀ ਕੋਈ ਸਿਆਣੇ ਹੋਣਗੇ ਬੈਠੇ ਨੇ। ਉਹ ਆਪਣੇ ਤਰੀਕੇ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਨੂੰ ਜੋ ਬਾਹਰ ਦਾ ਸਾਧੂ ਲਿਬਾਸ, ਉਦਾਸੀ ਲਿਬਾਸ ਪਾ ਲਿਆ, ਉਹ ਤਿਆਗ ਕੇ ਮੁੜ ਘਰ ਤਲਵੰਡੀ ਵਿਖੇ ਠਹਿਰਨ ਦਾ ਉਪਰਾਲਾ ਕਰਦੇ ਨੇ, ਆਪਣੇ ਵੱਲੋਂ ਮਨਾ ਰਹੇ ਨੇ। ਗੱਲਾਂ ਬਾਤਾਂ ਹੋ ਰਹੀਆਂ ਨੇ। ਉਸ ਪਰਿਵਾਰ ਦਰਸ਼ਨ ਦੇ ਵਿੱਚ ਆਪਣੀਆਂ ਆਪਣੀਆਂ ਗੱਲਾਂ ਸਾਰੀਆਂ ਕੀਤੀਆਂ ਹੋਣਗੀਆਂ, ਜਿਹਦਾ ਸੰਖੇਪ ਜਾਂ ਜ਼ਿਕਰ ਸਾਨੂੰ ਪਿਛਲੇ ਬਚਨ 'ਚ ਮਿਲਿਆ ਵੀ ਕਿ ਮਨ ਹਾਲੀ ਕਿਰਸਾਣੀ ਕਰਨੀ। ਅੱਜ ਮਹਾਰਾਜ ਨੇ ਇੱਕ ਸੰਖੇਪ ਜਿਹੀ ਟਿੱਪਣੀ ਕੀਤੀ ਸਾਡੇ ਲਈ ਸਦੀਵ ਕਾਲ ਵਾਸਤੇ, ਕਿ ਅਸੀਂ ਜਿਹੜੇ ਸੰਸਾਰ ਦੇ ਵਿੱਚ ਵਿਚਰਦੇ ਹਾਂ, ਸੰਸਾਰ ਦਾ ਜੋ ਪਰਿਵਾਰਕ ਮੰਡਲ ਹੈ ਸਾਨੂੰ ਕਿਸ ਨਜ਼ਰੀਏ ਨਾਲ ਦੇਖਦਾ ਹੈ। ਜਦੋਂ ਇਹਨਾਂ ਸ਼ਬਦਾਂ ਦੀ ਅਸੀਂ ਦਾਰਸ਼ਨਿਕ ਤੌਰ 'ਤੇ ਵਿਆਖਿਆਵਾਂ ਕਰਦੇ ਹਾਂ ਨਾ, ਅਤੇ ਫਿਰ ਹੌਲੀ ਹੌਲੀ ਸਮਝ ਆਉਂਦੀ ਕਿ ਅਸੀਂ ਤੁਸੀਂ ਜਿਹੜੇ ਆਮ ਜੀ ਹਾਂ, ਸਾਡੇ ਜੀਵਨ ਦੇ ਦੋ ਪੱਖ ਸੰਸਾਰ 'ਚ ਵਰਤਦੇ ਨੇ। ਤੀਸਰਾ ਪੱਖ ਸਾਡਾ ਨਿਰੰਕਾਰੀ ਮੰਡਲ ਦਾ ਹੁੰਦਾ, ਉਹ ਨਿੱਜ ਹੁੰਦਾ ਹੈ। ਉੱਤੇ ਕਿਸੇ ਧੀ ਪੁੱਤਰ ਦਾ, ਭੈਣ ਭਰਾ ਦਾ, ਮਾਤਾ ਪਿਤਾ ਦਾ ਕੋਈ ਜ਼ੋਰ ਨਹੀਂ ਹੁੰਦਾ, ਉਹ ਸਾਡਾ ਆਪਣਾ ਨਿੱਜ ਹੁੰਦਾ ਹੈ। ਜੋ ਰੂਹਾਨੀ ਕਹਿ ਲਿਆ ਜਾਏ, ਧਾਰਮਿਕ ਕਹਿ ਲਿਆ ਜਾਏ, ਅਧਿਆਤਮਿਕ ਕਹਿ ਲਿਆ ਜਾਏ, ਉਹਨੂੰ ਅਲੱਗ-ਅਲੱਗ ਸ਼ਬਦਾਂ ਨਾਲ ਕੋਈ ਜਾਣ ਸਕਦਾ ਹੈ। ਪਰ ਇੱਕ ਮੰਡਲ ਸਾਡਾ ਹੁੰਦਾ ਨਿਰੋਲ ਪਰਿਵਾਰਿਕ, ਤੇ ਇੱਕ ਹੁੰਦਾ ਸਮਾਜਿਕ। ਹਰ ਵਿਅਕਤੀ ਦੀ ਇੱਕ ਪਰਿਵਾਰ ਵਿੱਚ ਕੋਈ ਰੈਪੂਟੇਸ਼ਨ ਹੁੰਦੀ ਹੈ, ਪਰਿਵਾਰ ਵਿੱਚ ਰਿਸ਼ਤੇ ਦੇ ਮੁਤਾਬਕ ਉਹਦੀ ਕੋਈ ਅਹੁਦਾ, ਕੋਈ ਪਦਵੀ, ਕੋਈ ਮੁਕਾਮ ਹੁੰਦਾ ਹੈ, ਅਤੇ ਸਮਾਜ ਦੇ ਵਿੱਚ ਵੀ ਉਹਦੀ ਕੋਈ ਰੈਪੂਟੇਸ਼ਨ ਹੁੰਦੀ ਹੈ, ਉਹਦਾ ਕੋਈ ਅਹੁਦਾ ਹੁੰਦਾ, ਕੋਈ ਸਮਾਜਿਕ ਥਾਂ ਹੁੰਦਾ ਹੈ। ਔਰ ਇਹਨਾਂ ਦੋਨਾਂ ਦਾ ਤਾਲਮੇਲ ਜਿਹੜਾ ਹੈ ਬੜਾ ਮੁਸ਼ਕਿਲ ਹੋ ਜਾਂਦਾ ਹੈ। ਸਮਾਜ ਵਿੱਚ ਤੁਹਾਡਾ ਕੀ ਰੁਤਬਾ ਹੈ ਅਤੇ ਕੀ ਅਹੁਦਾ ਹੈ, ਪਰਿਵਾਰ ਉਹਦੀ ਗੱਲ ਨਹੀਂ ਕਰਦਾ ਹੁੰਦਾ। ਪਰਿਵਾਰ ਸਾਨੂੰ ਆਪਣੇ ਐਂਗਲ ਤੋਂ ਦੇਖਦਾ ਹੈ। ਇਸ ਨੂੰ ਅਸੀਂ ਆਪਣਾ ਐਂਗਲ ਕਹਿੰਦੇ ਨੇ। ਦਾਰਸ਼ਨਿਕ ਕਹਿੰਦੇ ਨੇ ਕਿ ਪਰਿਵਾਰ ਆਪਣੇ ਚਸ਼ਮੇ ਨਾਲ, ਰਿਸ਼ਤੇ ਦੇ ਚਸ਼ਮੇ ਨਾਲ ਅਸੀਂ ਇੱਕ ਦੂਜੇ ਨੂੰ ਦੇਖਦੇ ਹਾਂ। ਸਾਨੂੰ ਕੋਈ ਫਰਕ ਨਹੀਂ ਪੈਂਦਾ ਵੀ ਸਾਡਾ ਰਿਸ਼ਤੇਦਾਰ ਸਮਾਜ ਵਿੱਚ ਕੀ ਪ੍ਰਤਿਸ਼ਠਾ ਰੱਖਦਾ ਹੈ, ਸਾਨੂੰ ਕੋਈ ਮਾਇਨੇ ਨਹੀਂ ਇਹਦਾ। ਅਸੀਂ ਤਾਂ ਕਹਿੰਦੇ ਕਿ ਜੋ ਮੇਰੇ ਨਾਲ ਰਿਸ਼ਤਾ ਕੀ ਇਹ ਪੂਰਾ ਨਿਭਾਉਂਦਾ ਹੈ ਕਿ ਨਹੀਂ, ਗੱਲ ਇਤਨੀ ਕੁ ਹੈ। ਇਹ ਗੱਲਾਂ ਹੌਲੀ ਹੌਲੀ ਸਮਾਜ 'ਚੋਂ ਸਮਝਦੇ ਹਾਂ। ਮਹਾਰਾਜ ਨੇ ਸਾਡੀਆਂ ਗੱਲਾਂ ਕੀਤੀਆਂ। ਸਾਡੇ ਤੁਹਾਡੇ 'ਚੋਂ ਕੋਈ ਵੀ ਜੀ ਸਮਾਜ ਵਿੱਚ ਕੀ ਰੁਤਬਾ ਅਤੇ ਕੀ ਪ੍ਰਤਿਸ਼ਠਾ ਉਹਦੀ ਹੈ, ਪਰ ਕੀ ਮਾਂ ਬਾਪ ਵਾਸਤੇ ਵੀ ਉਹੀ ਪ੍ਰਤਿਸ਼ਠਾ ਅਤੇ ਉਹ ਰੁਤਬਾ ਹੁੰਦਾ ਹੈ। ਅਤੇ ਸ਼ਾਇਦ ਅਸੀਂ ਤੁਸੀਂ ਕਿਸੇ ਕੇ ਢੰਗ ਨਾਲ ਕੋਈ ਗੱਲਾਂ ਕਹਿ ਪਾਵਾਂਗੇ ਕਿ ਨਹੀਂ ਕਹਿ ਪਾਵਾਂਗੇ, ਕਿ ਸਾਡੀ ਝਿਜਕ ਹੁੰਦੀ ਹੈ, ਕਈ ਵਾਰ ਸਮਝ ਨਹੀਂ ਹੁੰਦੀ ਅਤੇ ਕਈ ਵਾਰ ਝਿਜਕ ਹੁੰਦੀ ਸੀ, ਖੁੱਲ੍ਹ ਕੇ ਕਹਿ ਨਹੀਂ ਪਾਉਂਦੇ। ਪਰ ਗੁਰੂ ਪਾਤਸ਼ਾਹ ਦੀ ਵਿਆਖਿਆ ਬੜੀ ਸੁੰਦਰ ਕਰਦੇ ਨੇ। ਕਹਿਣ ਲੱਗੇ, ਬਾਹਰ ਵਿੱਚ ਤੂੰ ਕੁਛ ਵੀ ਹੋਵੇ, ਪਰ ਮਾਂ ਬਾਪ ਵਾਸਤੇ ਤੇ ਬੇਟਾ ਹੀ ਹੈ ਨਾ। ਤੇ ਬਾਹਰ ਬਹੁਤ ਵੱਡਾ ਅਫਸਰ ਹੋਵੇ, ਰਾਜਾ ਹੋਵੇ, ਕੀ ਫਰਕ ਪੈਂਦਾ? ਪਰ ਜੇ ਤੂੰ ਘਰ ਆਉਣਾ ਤੇ ਮਾਂ ਬਾਪ ਮਿਲਦੇ ਨੇ, ਤੇ ਮਾਂ ਬਾਪ ਵਾਸਤੇ ਤੂੰ ਰਾਜਾ ਬਣ ਕੇ ਆਉਣਾ, ਅਫਸਰ ਬਣ ਕੇ ਆਉਣਾ, ਤੇ ਫਿਰ ਨਹੀਂ, ਠੀਕ ਨਹੀਂ ਗੱਲ। ਮਾਂ ਬਾਪ ਵਾਸਤੇ ਤੂੰ ਤਾਂ ਬੇਟਾ ਹੈ, ਕਿਉਂਕਿ ਹਰ ਮਾਂ ਬਾਪ ਤੇ ਚੋਂ ਇੱਕ ਬੇਟਾ ਦੇਖਣਾ ਚਾਹੁੰਦੇ ਨੇ। ਮਾਏ ਬਾਪ ਕੋ ਬੇਟਾ ਨੀਕਾ। ਇਹ ਸਾਡਾ ਮਨੋਵਿਗਿਆਨ ਹੈ ਕਿ ਮਾਂ ਬਾਪ, ਨੀਕਾ ਦਾ ਮਤਲਬ ਹੁੰਦਾ ਚੰਗਾ, ਆਪਣੀ ਸੰਤਾਨ ਨੂੰ ਆਪਣੇ ਨਜ਼ਰੀਏ ਨਾਲ ਚੰਗਾ ਦੇਖਣਾ ਚਾਹੁੰਦੇ ਨੇ। ਅਸੀਂ ਬਹੁਤ ਵਾਰ ਦੇਖਿਆ ਹੈ, ਲੋਕ ਬਹੁਤ ਉੱਚੇ ਰੁਤਬਿਆਂ 'ਤੇ ਹੁੰਦੇ ਨੇ, ਪਰ ਚੰਗੀ ਸੰਤਾਨ ਸਾਬਤ ਨਹੀਂ ਹੋ ਰਹੇ ਹੁੰਦੇ, ਚੰਗੇ ਧੀ, ਚੰਗੇ ਪੁੱਤਰ ਨਹੀਂ ਗਏ।
ਅਫਸਰ ਬੜੇ ਚੰਗੇ ਨੇ, ਡਾਕਟਰ ਬੜੇ ਚੰਗੇ ਨੇ, ਬਾਹਰ ਬਹੁਤ ਚੰਗੇ ਨੇ, ਆਪਣੇ ਪ੍ਰੋਫੈਸ਼ਨ ਵਿੱਚ ਬਹੁਤ ਉਮਦਾ, ਬਹੁਤ ਬਿਹਤਰੀਨ ਕੰਮ ਕਰਦੇ ਨੇ, ਪਰ ਮਾਂ ਬਾਪ ਦੇ ਨਾਲ ਸੰਤਾਨ ਦਾ ਜੋ ਉਹਨਾਂ ਦਾ ਰਿਸ਼ਤਾ ਹੈ ਉਹ ਬਹੁਤ ਚੰਗਾ ਨਹੀਂ ਹੈ। ਤੇ ਹੋ ਗਏ ਭਾਈ ਤੁਸੀਂ ਬਾਹਰ ਅਫਸਰ, ਹੋ ਗਏ ਤੁਸੀਂ ਰਾਜੇ, ਪਰ ਮਾਂ ਬਾਪ ਵਾਸਤੇ ਚੰਗੇ ਬੇਟੇ ਸਾਬਤ ਤੇ ਨਹੀਂ ਹੋਏ ਨਾ, ਕਿਉਂਕਿ ਮਾਂ ਬਾਪ ਤੁਹਾਨੂੰ ਪੜ੍ਹਾਉਂਦੇ ਨੇ, ਲਿਖਾਉਂਦੇ ਨੇ ਸਾਨੂੰ ਇਸ ਵਾਸਤੇ ਕਿ ਤੁਸੀਂ ਚੰਗੇ ਸੰਤਾਨ ਬਣ ਕੇ ਆਓ, ਔਰ ਉਹਨਾਂ ਦਾ ਥੋੜ੍ਹਾ ਜਿਹਾ ਦਾਇਰਾ ਹੁੰਦਾ ਹੈ, ਬਸ ਮਾਂ ਬਾਪ ਦਾ ਕਹਿਣਾ ਮੰਨ ਦਿਓ, ਉਹਨਾਂ ਦੀ ਇੱਜ਼ਤ ਕਰ ਦਿਓ। ਬਸ ਜਿਹੜੇ ਆਪ 'ਚ ਵਡੇਰੇ ਬੈਠੇ ਆ, ਅਸੀਂ ਆਪਣੇ ਬੱਚਿਆਂ ਤੋਂ ਕੀ ਮੰਗਦੇ ਆ? ਇਹਨਾਂ ਕੁ ਭਾਈ ਇੱਜ਼ਤ ਕਰ ਦਿਓ, ਕਹਿਣਾ ਮੰਨ ਦਿਓ, ਘਰ ਆਉਂਦੇ ਜਾਂਦੇ ਦੁੱਖ ਸੁੱਖ ਦੀ ਸਾਂਝ ਕਰ ਲੈਂਦੇ ਹੋ, ਇਹਨਾਂ ਬਹੁਤ ਹੈ। ਬਾਕੀ ਰਿਜ਼ਕ ਰੋਟੀ ਮੁਤਾਬਕ ਅਤੇ ਪਰਿਵਾਰਕ ਮੰਡਲ ਸਭ ਨੂੰ ਪਤਾ ਹੁੰਦਾ ਵੀ ਸਾਡਾ ਸਟੇਟਸ ਕੀ ਹੈ, ਪਰ ਹਰ ਮਾਂ ਬਾਪ ਸਾਡੇ ਵਿੱਚੋਂ ਇੱਕ ਚੰਗਾ ਪੁੱਤਰ ਲੱਭਦੀ ਹੈ। ਠੀਕ ਇਸੇ ਤਰ੍ਹਾਂ ਜਦੋਂ ਅਸੀਂ ਆਪਣੇ ਮਾਂ ਬਾਪ ਤੋਂ, ਆਪਣੇ ਸਪਾਊਸ ਤੇ ਮਾਂ ਬਾਪ ਤੋਂ ਨਾਲ ਜੁੜਦੇ ਹਾਂ, ਜਿਹਨੂੰ ਅਸੀਂ ਸਹੁਰੇ ਕਹਿੰਦੇ ਹਾਂ, ਉਹ ਸਾਡੇ 'ਚੋਂ ਕੀ ਲੱਭਦੇ ਨੇ? ਮਹਾਰਾਜ ਨੇ ਹਰ ਮਨੋਵਿਗਿਆਨ ਬਾਰੀਕੀ ਲਿਖਿਆ, ਸਸੁਰ ਹੈ ਚਤੁਰ ਜਵਾਈ। ਉਹ ਆਪਣੇ ਦਾਮਾਦ ਨੂੰ ਚਾਲਾਕ, ਸਿਆਣਾ, ਸਮਝਦਾਰ ਲੱਭਦੇ ਨੇ। ਅੱਜ ਵੀ ਅਸੀਂ ਆਪਣੇ ਧੀਆਂ ਦਾ ਰਿਸ਼ਤਾ ਕਰਨ ਜਾਂਦੇ ਤੇ ਕੀ ਲੱਭਦੇ ਹਾਂ? ਵੀ ਸਿਆਣਾ ਹੈ, ਪੜ੍ਹਿਆ ਲਿਖਿਆ ਹੈ, ਕਿਤੇ ਬੇਵਕੂਫ ਤਾਂ ਨਹੀਂ, ਬੁੱਧੂ ਤਾਂ ਨਹੀਂ। ਅਮੀਰ ਬਹੁਤ ਹੋਵੇ ਪਰ ਬੁੱਧੂ ਹੋਵੇ, ਅਸੀਂ ਰਿਸ਼ਤਾ ਨਹੀਂ ਕਰਦੇ। ਰਾਜੇ ਦਾ ਪੁੱਤਰ ਹੋਵੇ ਪਰ ਮੂਰਖ ਹੋਵੇ, ਅਸੀਂ ਰਿਸ਼ਤਾ ਨਹੀਂ ਕਰਦੇ। ਅਸੀਂ ਕਹਿੰਦੇ ਕੋਈ ਗੱਲ ਨਹੀਂ, ਗਰੀਬੀ ਹੋਵੇਗੀ ਕੋਈ ਗੱਲ ਨਹੀਂ, ਪਰ ਸਿਆਣਾ ਤਾਂ ਹੋਣਾ ਚਾਹੀਦਾ ਨਾ। ਇਸੇ ਤਰ੍ਹਾਂ ਸਸੁਰ ਹੈ, ਜੋ ਸਸੁਰਾਲ ਹੈ, ਉਹ ਭਾਵੇਂ ਨੂੰਹ ਹੋਵੇ ਅਤੇ ਭਾਵੇਂ ਜਵਾਈ ਹੋਵੇ। ਯਾਦ ਰੱਖਣਾ, ਰਿਸ਼ਤੇ ਸਾਡੇ ਕਾਮਨ ਹੁੰਦੇ ਨੇ। ਜੇ ਮਾਪੇ ਨੇ ਅਤੇ ਮਾਪਿਆਂ ਦੇ ਧੀ ਹੈ ਅਤੇ ਭਾਵੇਂ ਪੁੱਤਰ ਹੈ, ਉਹ ਆਪਣੇ ਐਂਗਲ ਤੋਂ ਦੇਖਦੇ ਨੇ ਕਿ ਅਸੀਂ ਮਾਪਿਆਂ ਦਾ, ਮਾਤਾ ਪਿਤਾ ਦਾ ਸਾਡਾ ਸੰਬੰਧ ਬਤੌਰ ਧੀ, ਬਤੌਰ ਪੁੱਤਰ ਠੀਕ ਹੈ। ਫਿਰ ਸਾਡਾ ਅਗਲਾ ਸਟੈਪ ਹੁੰਦਾ ਹੈ ਸਾਡੇ ਸਹੁਰੇ, ਕੀ ਇੱਕ ਬਤੌਰ ਨੂੰਹ, ਇੱਕ ਬਤੌਰ ਜਵਾਈ ਤੁਹਾਡਾ ਰਿਸ਼ਤਾ ਤੁਹਾਡੇ ਸਹੁਰੇ ਨਾਲ ਠੀਕ ਹੈ, ਕਿਉਂਕਿ ਉਹ ਤੁਹਾਡੇ 'ਚੋਂ ਤੁਹਾਡੇ ਅਫਸਰੀ ਨਹੀਂ ਦੇਖਦੇ, ਤੁਹਾਡੀ ਲਿਆਕਤ, ਅਫਸਰੀ, ਡਿਗਰੀਆਂ ਨਹੀਂ ਦੇਖਦੇ, ਰਾਜਗੱਦੀਆਂ ਨਹੀਂ ਦੇਖਦੇ, ਬਸ ਉਹ ਆਪਣਾ ਸੰਬੰਧ ਦੇਖਦੇ ਨੇ ਕਿ ਠੀਕ ਹੈ। ਹਰ ਵਿਅਕਤੀ, ਹਰ ਮਾਤਾ ਪਿਤਾ ਇੱਕ ਚੰਗਾ ਧੀ ਪੁੱਤਰ ਲੱਭਦੇ ਨੇ, ਹਰ ਸਹੁਰੇ ਚੰਗਾ ਸਿਆਣਾ ਜਵਾਈ ਲੱਭਦੇ ਨੇ। ਮਾਏ ਬਾਪ ਕੋ ਬੇਟਾ ਨੀਕਾ, ਸਸੁਰੇ ਚਤੁਰ ਜਵਾਈ। ਔਰ ਹਰ ਵਿਅਕਤੀ ਜੋ ਆਪਣੇ ਥਾਂ 'ਤੇ ਚੰਗਾ ਬਣਨ ਦੀ ਕੋਸ਼ਿਸ਼ ਕਰਦਾ ਰਹਿਣਾ ਚਾਹੀਦਾ ਹੈ। ਬਾਲ ਕੰਨਿਆ ਕੋ ਬਾਪ ਪਿਆਰਾ। ਬਾਲ ਕੰਨਿਆ ਦਾ ਭਾਵ ਹੈ ਬੱਚੇ। ਬੱਚਿਆਂ ਵਾਸਤੇ ਕਿ ਚੰਗੇ ਮਾਪੇ ਹੋ। ਜੇ ਅਸੀਂ ਚੰਗੇ ਸੰਤਾਨ ਬਣਨਾ ਹੈ ਤੇ ਚੰਗੇ ਮਾਪੇ ਵੀ ਤੇ ਬਣਨਾ ਹੈ ਨਾ। ਜੇ ਅਸੀਂ ਚੰਗੇ ਧੀ ਪੁੱਤਰ ਬਣ ਕੇ ਪ੍ਰਗਟ ਹੋਣਾ, ਵਿਵਹਾਰ ਕਰਨਾ ਹੈ, ਤੇ ਕੱਲ੍ਹ ਨੂੰ ਸਾਡੇ ਧੀ ਪੁੱਤਰ ਨੇ, ਕੀ ਅਸੀਂ ਆਪਣੇ ਮਾਪਿਆਂ ਦਾ ਹੱਕ ਪੂਰਾ ਕਰਦੇ ਹਾਂ? ਕਿਉਂਕਿ ਉਹਨਾਂ ਨੂੰ ਬਸ ਉਹਨਾਂ ਚਾਹੀਦਾ ਹੈ, ਬਹੁਤ ਕੁਝ ਹੋਰ ਨਹੀਂ ਲੱਭਦੇ। ਮਾਂ ਬਾਪ ਚੰਗਾ ਬੇਟਾ ਲੱਭਦੇ ਨੇ, ਸਹੁਰੇ ਚੰਗਾ ਜਵਾਈ ਲੱਭਦੇ ਨੇ, ਛੋਟੇ ਬੱਚੇ ਉਹਨਾਂ ਵਾਸਤੇ ਬਾਪ ਚੰਗਾ ਚਾਹੀਦਾ ਹੈ, ਅਤੇ ਭੈਣ ਭਰਾਵਾਂ ਨੂੰ ਕੋ ਭਾਈ ਕੋ ਅਤ ਭਾਈ, ਬਸ ਇਹਨਾਂ ਕੁ ਚੰਗੇ ਹੋਣਾ। ਸਮਾਜ ਵਿੱਚ ਸਾਡੀ ਪ੍ਰਤਿਸ਼ਠਾ ਕੀ? ਇਹ ਸਾਡਾ ਸਮਾਜਿਕ ਨਹੀਂ, ਪਰਿਵਾਰਕ ਦਰਸ਼ਨ ਹੈ। ਸਮਾਜ ਵਿੱਚ ਅਸੀਂ ਰਾਜੇ ਹਾਂ, ਰੁਤਬੇ ਹਾਂ, ਕੋਈ ਫਰਕ ਨਹੀਂ ਪੈਂਦਾ। ਇਹ ਸਾਡਾ ਪਰਿਵਾਰਕ ਦਰਸ਼ਨ ਹੈ ਕਿ ਅਸੀਂ ਪਰਿਵਾਰ ਦੇ ਵਿੱਚ ਜੋ ਵੀ ਸਾਡਾ ਰੁਤਬਾ ਹੈ, ਜੋ ਵੀ ਸਾਡਾ ਮੁਕਾਮ ਹੈ, ਜਿਸ ਨੂੰ ਅਸੀਂ ਧਰਮ ਕਹਿੰਦੇ ਹਾਂ, ਕਿ ਅਸੀਂ ਆਪਣਾ ਪਰਿਵਾਰ ਦਾ ਧਰਮ ਨਿਭਾ ਰਹੇ ਹਾਂ। ਅਤੇ ਜੇ ਅਸੀਂ ਆਪਣੇ ਪਰਿਵਾਰ ਦਾ ਧਰਮ ਨਿਭਾ ਰਹੇ ਹਾਂ ਤਾਂ ਭਾਈ ਫਿਰ ਠੀਕ ਹੈ, ਫਿਰ ਅਸੀਂ ਪਰਿਵਾਰਕ ਮੰਡਲ 'ਚ ਕਾਮਯਾਬ ਹਾਂ। ਅਤੇ ਜੇ ਅਸੀਂ ਪਰਿਵਾਰਕ ਮੰਡਲ ਵਿੱਚ ਆਪਣਾ ਰੁਤਬਾ ਬਾਹਰ ਦਾ, ਰਾਜਗੱਦੀਆਂ ਦਾ, ਪ੍ਰਤਿਸ਼ਠਾਵਾਂ ਲੈ ਕੇ ਆਉਂਦੇ ਹਾਂ, ਅਤੇ ਸਾਡੇ ਪਰਿਵਾਰ ਦੇ ਵਿੱਚ ਦਰਾਰਾਂ ਪੈਣ ਲੱਗ ਪੈਂਦੀਆਂ ਨੇ। ਕਿਤੇ ਨਾ ਕਿਤੇ ਸਾਡੇ ਪਰਿਵਾਰਾਂ ਦੇ ਵਿੱਚ ਹੀਨਤਾ ਨਜ਼ਰ ਆਉਣ ਲੱਗ ਪੈਂਦੀ ਹੈ, ਕਿਤੇ ਨਾ ਕਿਤੇ ਸਾਡੇ ਪਰਿਵਾਰਾਂ 'ਚ ਤ੍ਰੇੜ ਪੈਂਦੀ ਹੈ, ਅਤੇ ਹੌਲੀ ਹੌਲੀ ਉਹ ਤ੍ਰੇੜ ਵੱਧਦੀ ਪਰਿਵਾਰਾਂ ਦੇ ਵਿੱਚ ਬਿਖਰਾਵ ਪੈਦਾ ਕਰ ਜਾਂਦੀ ਹੈ। ਇਹ ਸਾਡਾ ਪਰਿਵਾਰਕ ਦਰਸ਼ਨ ਹੈ। ਇਸ ਕਰਕੇ ਸਿਆਣੇ ਕਹਿੰਦੇ ਨੇ, ਆਪਣੇ ਸਮਾਜਿਕ ਰੁਤਬੇ ਨੂੰ ਕਦੇ ਵੀ ਪਰਿਵਾਰ ਦੇ ਵਿੱਚ ਲੈ ਕੇ ਨਹੀਂ ਆਉਣਾ ਚਾਹੀਦਾ। ਤੁਸੀਂ ਸਮਾਜ ਵਿੱਚ ਬਹੁਤ ਵੱਡੇ ਅਫਸਰ ਹੋ, ਲੇਕਿਨ ਮਾਤਾ ਪਿਤਾ ਦੇ ਸਾਹਮਣੇ ਅਫਸਰੀ ਮਤ ਝਾੜੋ।
अपने पति पत्नी रिश्तों च अफसर बन के मत आओ। एक बड़ी तारीखी जी हवाला है, शायद आपने किसी वडेरे ने पढ़िया होना, बहुत पुराना नहीं गा। इंग्लैंड की महाराणी विक्टोरिया के जीवन की एक निक्की जी गाथा है, जिदा राज कहते ने सारे देश संसार से सी। कदे विक्टोरिया का राज, वह सूरज नहीं सी डुबदा वो राज विच। ਉਹਦੇ जीवन की एक प्राइवेट निक्की जी कहानी बहुत पहला पढ़ी सी। अपने परिवारक मंडल विच पति पत्नी बैठे रात का खाना खाते ने, किसी गलों दोवां दी आपस में बहस हो गई। बहस हो गई तो राणी विक्टोरिया के घर वाले ने खाना अध विच छड्ड के अपने कमरे च आके अंदरों कुंडा ला लिया। इन्हें अपना खाना पीना खादा। होर जो राणी महाराणियां वाले कर्म करतब सी अपने करके फुरसत पा के लगभग 1.5-2 घंटे बाद जब अपने निज कमरे वाल गई तो दरवाज़ा बंद है। इन्हें दरवाज़ा ठकठकाया, अंदरों आवाज़ पूछे कौन है? कहती क्वीन, मैं राणी हाँ। उन्हें दरवाज़ा ही नहीं खोलिया। कुछ पलों बाद फिर दरवाज़ा ठकठकाया, उन्हें फिर पूछया कौन है? कहती विक्टोरिया। उन्हें फिर दरवाज़ा नहीं खोलिया। थोड़ा इन्ना करद्या करद्या लगभग 1 घंटा गुजर गया। 1 घंटे बाद फिर दरवाज़ा ठकठकाया, उन्हें फिर पूछया कौन है? कह लगी तेरी घर वाली पत्नी। दरवाज़ा खुल गया। परिवारक मंडल में राणी की जरूरत नहीं है, राजे की जरूरत नहीं है। परिवार तो सिर्फ पति पत्नी की जरूरत है, भैन भरावां की जरूरत, धीआं पुत्रां की जरूरत है। सानू इन्हां गल्लां तो, इन्हां वड्डियां लोकां दी कहानियां तो कुछ सीखना चाहिए भी असीं परिवार विच अफसर नहीं हाँ, परिवार च राजे नहीं हाँ। परिवार च सिर्फ असीं जे साडा रुतबा बच्चे दा है ते असीं बच्चे हाँ। जिसनूं दार्शनिक मनोविग्यानक इंज कहिंदे हुंदे ने भी साडे विचों सामने वाले दी डिमांड के मुताबिक एक परसनैलिटी ने जन्म लेना हुंदा है। जिवें असीं हुण उठ के घर जाना, थोड़ी बार समाप्ति होनी है, आपां घर जाना है, कुंडा तो खड़कावांगे ना अपने घर का। हर वक्त तो दरवाज़ा खुला नहीं हुंदा। साडे घर का दरवाज़ा कोई जे खुलेगा ना तो उहदे दरवाज़ा खुलण दे सार ही साडे चों एक जी प्रगट होएगा। शरीर साडा उही रहना है। मान लो आप जी उठ के घर जाते हो तो घर दरवाज़ा एक बजुर्ग मापियां चों कोई बुढ़ी माँ या बुढ़ा बाप खुलदा साडा दरवाज़ा तो असीं बाहर कोई हाँ, किसी उम्र च हाँ। अगर बजुर्ग माता पिता ने दरवाज़ा खोलिया तो साडे चों कौन प्रगट होएगा? एक संतान, एक पुत्र प्रगट होएगा। भावें बजुर्ग पुत्र भी अपने बजुर्ग रिटायरमेंट उत्ते होवे, पर अगर सामने बजुर्ग माँ खड़ी है तो सामने पुत्र ही प्रगट होएगा उन्हां दे विचों। ते जे सामने किसी बच्चे ने दरवाज़ा खोल दिता तुसीं पिता प्रगट हो जाओगे। उही जी जो संतान दे रूप प्रगट हो सकता है। अगर सामने वाला बंदा बदल जाता है तो साडे विचों पिता प्रगट हो जाएगा। जे पुत्र धी ने दरवाज़ा खोले असीं पिता बन जावांगे, तो जे भरा ने दरवाज़ा खोले असीं भैन भरा बन जावांगे, तो जे पति ने दरवाज़ा खोले असीं पत्नी बन जाएंगे, पत्नी ने खोले असीं पति बन जाएंगे। असीं तो उही हाँ, पर सामने कौन आया है उहदे मुताबिक साडे चों एक संकल्प पैदा होता है, तो वो संकल्प ही सानू मेनटेन करता है। इस करके संसार के संकल्प संसार विच आउंदे ने, पर परिवार का संकल्प अपना है। और जिथे बैठे ने गुरु नानक पातशाह जिथे टिप्पणी चल रही वो परिवारक संकल्प है। पिता जी अपने नज़र ना देख रहे हैं तो कार विहार नहीं करता, कार विहार करे कर। चाचा जी अपने ढंग ना भी साडा सारा परिवार इकट्ठा रहे। माता जी अपने नज़रिए ना देखते हैं, पिता जी अपने नज़रिए ना देखते हैं, चाचा जी ने अपने नज़रिए ना देखना है। पर गुरु पातशाह का अपना नज़रिया भी होएगा ना, जिथे परिवारक नज़रिया है। महाराज कहने लगे इन्हां गल्लां नूं समझ लेना। ये तो परिवार का नज़रिया। एक व्यक्ति एक चंगा बेटा है, चंगा जवाई हो सकता है, चंगा बाप हो सकता है, चंगा भरा हो सकता है, पर जरूरी नहीं कि बाहर फिर चंगा बंदा भी होवे, वो चंगा इंसान भी होवे। जरूरी तो नहीं ना। हो सकता बाहर बेईमानी भी करता हो सकता बाहर अधर्मी भी होवे, वो अपने बच्चों वास्ते बहुत चंगा होवे। असी एक नाम नहीं अजकल वरतते होंगे क्योंकि बहन लग चुका है। पुरानी गाथावां च है वो बाहर लुटमार करता है, कतलो गारतां करता है। हो सकता बाप बिच बच्चा चंगा है, बेटा चंगा है, पर साधु मिल जाते हैं तो पुछते ने, कहते हैं भाई तू दस ये गुनाह कतल किहदे वास्ते करदा? कहला परिवार वास्ते करता है। कहने कि जा पुछ गया कि तेरे परिवार के जी
तेरे इस गुनाह का साथ देणगे। घर चला जाता है, माँ बाप नूं पुछदा है, माँ बाप कहणगे बेटा असीं तैनूं पाल दिता है, तू चंगा पुत्तर है, साड़ी सेवा करदा है, चंगी गल है, तू एक पुत्तर चंगा है, पर बाहर तेरी किरत इंसानियत चंगी कि नहीं चंगी, उसका जवाब तैनूं देना पेगा। असां तैनूं पालिया, कित्थों लिआंदा, किवें कीता, साडा है, हुण तेरा धर्म है, तू साडे वास्ते इंतजाम कर, असीं हुण बजुर्ग हो गए हैं, ये लिया कित्थों कमाएगा, ये तेरा है, जवाब तैनूं देना पेगा। अगां चला गया, पत्नी बैठी, कहने लगा भाई तू तो दुख सुख दी भाईवाल है, कहने लगी बिल्कुल भाईवाल हाँ, परिवारक दुख सुख पवे मैं हर वक्त तेरे नाल खड़ी हाँ, पर किरत कमाई तू कैसी करेंगा, तो जिम्मेदार तू होवेगा। तू चंगा पति हो सकता है, चंगा पुत्र हो सकता है, चंगा पिता हो सकता है, पर की तू बाहर बाजार में चंगा इंसान भी है, इसका जवाब तैनूं देना पेगा। वापस आ गया, कहने लगा वाकई गल तो समझ आ गई, मैं चंगा पुत्र बनने की कोशिश कर रहा, चंगा पति बनने की कोशिश कर रहा, ये वास्ते रोज़ाना 2-4 कतल कर देंदा हाँ भी धन लैके जावां ते परिवार के जी खुश रहन, परिवार के जी खुश रहन, पर इन्हां कतलों का जिम्मेदार फिर मैनूं ठहराता गया। परिवार ने हथ खड़े करके कहने लगे नहीं, ये साडियां सीमावां तो, साडी बाउंड्री तो बाहर की गल है, ये तेरी गल है, निज की गल है, वो साडी परसनैलिटी है, असीं वो आप हाँ, असीं सारे वो आप हाँ, भावें धी है भावें पुत्तर है, समाज में असीं की आ, उसका जवाब सानूं देना पैना है। और वो समाजिक प्रतिष्ठा, समाजिक रुतबा, और हो सकता है साडा पाप प्रगट होया या नहीं होया, जे प्रगट हो गया तो बदनाम हो गए, जे साडा पाप प्रगट नहीं होया तो असीं ईमानदार हो गए। पर तीजा पड़ाव एक होया सी तो वही जो हाँ सतगुरु कहने लगे हुण देखना, ये बड़ा चंगा सी, चंगा बेटा, चंगा जवाई, चंगा बाप, चंगा भरा, पर हुण अगले तीजा हुक्म वरत गया, हुक्म पाया हुण सब कुछ छड्ड दे, सब कुछ छुट जाण दा हुक्म ला गया, बाहर घर छोड़िया। तो नतीजा की होया, उस हुक्म ने ਇਹਦਾ सब कुछ छुड़ा दिता। बहुत चंगे रिश्ते साडे हुंदे ने, ये हुक्म दे छड़ने पैंदे ने, आगाहे बगाहे नित असीं देखदे आ, पर जवान उम्र दे विच जी संसार छड़ जांदे ने, मापे विलक रहे ने, बच्चे विलक रहे ने, पर कदे नूं मुड़ के देखिया भी कौन है, नहीं, जे जी लई हुक्म आ गया तुरना पैंदा है। महाराज कहण लगे अगला नक्शा देखो, बहुत चंगे संतानां दे रिश्ते निभाउंदे, हुक्म पया बाहर घर छोड़िया, बाहर जो प्रतिष्ठा सी, जो राजगद्दी दी अहुदा सी, वो सब छुट गया, घर भी छुट गया, बाहर भी छुट गया, घर भी छुट गया, हुण सब कुछ खिन मैं पई पराई। ये सारी दुनिया जो घर नाल संबंधित सी, जो बाहर नाल संबंधित सी, हुण पराई हो गई। हुण कित्थे असीं ते होवांगे ना फिर भी ना, ये हुक्म कवरतन तो बाद विच जी तां फिर भी हुंदा है ना, जिन्हों आपां मौत कहने आ, मौत का वरतारा वरत जाण तो बाद विच जी तां हुंदा है ना, पर हुंदा की है कि हुण तक घर नहीं छुट गया, बाहर भी छुट गया, बाहर का राजसी समाजिक प्रतिष्ठा भी छुट गई है, भैन भरा का रिश्ता भी छुट गया, हुण किसी का धी पुत्र नहीं, किसी का भैन भरा नहीं, किसी का राजा नौकर चाकर कुछ भी ते नहीं, हुण की है, हुण केवल एक जी है, तो वह भी जी के वस है, जमदूतां ने पकड़िया होया है, हुण जमदूतां दे वस जी है, जिहदा दर्शन असीं अलाहणियां च पढ़िया, उत्थे खड़ा है अपना, सब कुछ पराया देखता है। जिन्हां ने रूह विज्ञान पढ़े जानते ने कि जदों ऐसी अवस्था वरती तो फिर देख रहा होंदा है, ये मेरे बच्चे ने रो रहे ने, बिलक रहे ने, मापे ने बिलक रहे, रो रहे, कुछ नहीं कर सकता, सिर्फ देख सकता है, और उहदी कोई सुनदा नहीं, उहनूं देखदा नहीं, खिन मैं भई पराई। हुण देखिए ये पल्ले की है, जो सारी दुनिया पराई हो गई, छुट गई है, नाम दान इशनान ना, हुण ये पल्ले ये चीज़ां काम आउणियां सी, परिवार के रिश्ते काम आने सी, समाज में तुहाडा प्रतिभा, साडा रुतबा, साडा अहुदा, साडा ज्ञान विज्ञान काम आना सी, पर जदों चीज़ां छुट गईयां तो अगे की काम आना, कि नाम जपे है, कि थोड़ा बहुता दान कीता है, इशनान का मतलब है पवित्रता, कि जीवन पवित्र सी तेरा, ये तिन्ना चीज़ों चो कोई तो तेरे पल्ले होनी चाहिए है ना, भी तूं बहुत नाम जपे, मन लिया ठीक है, दूजा कहता जी देखो मैं तो नाम नहीं जप सकिया,
चल तू पुण्यदानी कीते, भला कीता, सेवा कीती, दान कीता। दान का मतलब तू की कुछ दिता किसी नूं, कि अपनी कमाई चों कदे किसी नूं जल छकाया, रोटी खवाई, कुछ लीड़ा कुछ कीता नहीं कीता। चल जे तू नाम नहीं जपिया, जे तू दान नहीं किया, तो बुराइयां तो बचिया है कि तू पवित्र हैं, कि दावा कर सकदा कि देखो जी मैं कोई बुराई नहीं की, तन करके मन करके बोलां करके ऐसा कीता है। हुण ये तेरे काम आउणियां ने, ये तीजी अवस्था ते काम आउणियां ने। नाम दान इशनान ना ये नहीं किया, फिर तू कौन है? मनमुख है। फिर तू मनमुख है, क्योंकि हुण तक तू केवल अपनी मर्जी नाल जिउंदा रहा, केवल तू अपनी मर्जी नाल रिश्ते निभाउंदा रहा। असीं करते हैं ना, परिवार च अपनी मर्जी चला रहे हैं, मेरी मर्जी मेरी मर्जी मेरी मर्जी। सारी उम्र असीं अपनी मर्जी करते आए, मापियां नूं अपनी मर्जी मुताबिक झुकांदे दबांदे रुलांदे आए। साडे स्पाउस पति पत्नी रिश्ते च ही मेरी मर्जी मेरी झगड़े पए ने। अगां धीआं पुत्रां भैण भरावां दे नाल साडे ही कलेश पए ने, मेरी मर्जी है, मैं नहीं मनदा, क्योंकि समाज ताकत है, रुतबा है, असीं अड़ जाने, मैं नहीं मनदा। तो महाराज कहण लगे बच्चू कोई गल नहीं, हुण मनमुख है तू, हुण की होएगा? नाम दान इशनान ना, मनमुख। हुण तित धन, हुण ओहदा की बन गया? बन की रहा? धूड़ धुमाई। ते धूड़ धुमाई की कहंदे? खे उड गई। ऐसे बंदे की खे उड जाती है। जिनी नाम विसारिया से होत देखे खे। जीवन दे विच अगर परमात्मा का भजन नहीं किया, चल बहुत वड्डा जपी नहीं से तू, तो चल लोगों का भला ही करें। बहुत समाज में लोग ने जो साडे तुहाडे नज़रिए मुताबिक धर्म ही नहीं गए। असीं नहीं कहते भी देखो जी पक्के नितनेमी ने, पक्के सत्संगी ने, पर भाई चंगे काम करते हैं। बहुत सारे लोग ने जो साडे फ्रेमगत धर्म नहीं निभाते, आपां नास्तिक कह देने उन्होंने, साडे तुहाडे वांग धर्म ही नहीं गए, पर भाई भले बड़े करते हैं, परोपकार करते हैं। जिथे किते लोड़ पई मनुखता दी मंडल दी मनुखता दी सेवा वास्ते खलोते ने, कुछ तो करते हैं ना। फिर दूजे बने बेईमानी रवादारी बिल्कुल नहीं, झूठ नहीं बोलते, बेईमानी नहीं करते। चलो रब के दर से जान के कुछ तो कहण जोगे होणगे ना, कि देखो जी मैं जे नाम नहीं जपिया, मैं तेरी पूजा पाठ उस रूप च नहीं की, तो देख मैं बेईमानी भी तो नहीं की ना, कुछ कहण जोगा तो होएगा ना। तो जे ना इधर जोगा रहा तो ना उधर जोगा रहा, इत्थे आया तो बाणी पढ़ी सुनी नहीं, बैठिया तो नाम नहीं जपिया, बाहर गया तो ईमानदारी नहीं वरती, तो फिर की करना पएगा? फिर तो धूड़ी मिट्टी पुट्टी जाएगी ना। तो जे तू ऐसा कुछ किया है, समाजिक दृष्टिकोण के नाल धार्मिक दृष्टिकोण नाल वेखदे आ, फिर ऐसे व्यक्तियों के चरणों की खाक लोग मस्तक ते लगाते हैं। धर्म मंडल च इन्हां दी समाधां बना बना के लोग पूजते हैं, समाजिक दृष्टिकोण ते भी उन्हां दी समाधां बना बना के पूजते हैं। बहुत सारे ऐसे जी ने, असीं तुसीं लख वारी कहिए असीं मड़ियां नहीं पूजते, पर असीं पूजते हाँ, पूजते हाँ, कह नहीं पाते एक दूजे नूं, पर करते हाँ। किन्ने थां ने जो अपने असीं शहीदां दे स्थान बनाए ने, उत्थे है कि जी संस्कार किया जी उन्हों का, असीं देवरा कह देने फलाना है जी, एक्चुअल तो मड़ी है ना, है तो वही चीज़, पर पूजते ना। दरबार साहब जितनी रौनक पर जाके शहीदां देख लो, जितनी रौनक दरबार साहब है, शायद तो वध कई बार लाइन उत्थे लगी होंदी है। बहुत दूर कितने जाना, अपने नेड़े अपने शहर में देख लो, शहीदां दा स्थान है, दिन रात लाइन लगी होंदी है। असीं कह नहीं सकते, हिम्मत नहीं साडे विच, पर करते हाँ असीं सब कुछ होही। कुछ गल्लां समाजिक तार दे मुकाम ते ऐसे गहरियां होंदियां ने जिसनूं समाज मनुख मनदा है। हाँ अपने धर्म फ्रेम करके लीपा पोती करके असीं रंग रोगन कर छड्डदे आ। जिन्हां ने कोई चंगा काम कीता उन्हां दीयां मड़ियां पूजियां जांदियां ने, जिन्हां ने चंगे काम कीते ने उन्हां दा लोग नाम पूजदे ने, उन्हां दे लोग उन्हां स्थानां तो चुटकी मिट्टी मुट्ठी भर के लैके दूजे तीजे मुल्कां च जाके उन्हां दीयां निशानियां स्थापित करके पूजा करते हैं। आते डायरैक्ट थां होणगे, बहुत सारे ऐसे थां ने
ਜਿਨ੍ਹਾਂ ਤੋਂ ਇੱਥੋਂ ਅਗਲੇ ਆਉਂਦੇ ਨੇ ਚੁਟਕੀ ਮਿੱਟੀ ਲੈ ਜਾਂਦੇ ਨੇ, ਦੂਜੇ ਤੀਜੇ ਮੁਲਕਾਂ ਜਾ ਕੇ ਲੋਕਾਂ ਨੇ ਸਥਾਨ ਬਣਾ ਲਏ ਕਿ ਜੀ ਬਾਬਾ ਜੀ ਦਾ ਸਥਾਨ ਹੈ। ਕੀ ਜੀ ਉੱਥੋਂ ਥੋੜ੍ਹੀ ਜਿਹੀ ਅਸੀਂ ਚੁਟਕੀ ਪਰ ਖਾਕ ਲੈਣ ਦੀ। ਆਪਾਂ ਨੂੰ ਪਤਾ ਹੈ ਜਿੱਥੇ ਅੱਜ ਦੇਹੁਰਾ ਡੇਰਾ ਬਾਬਾ ਨਾਨਕ ਹੈ, ਇਹ ਐਕਚੁਅਲ ਥਾਂ ਥੋੜ੍ਹਾ ਗੁਰੂ ਨਾਨਕ ਪਾਤਸ਼ਾਹ ਸਾਹਿਬ ਜਿੱਥੇ ਸੰਸਕਾਰ ਕੀਤਾ ਗਿਆ। ਇਹ ਤੇ ਉਸ ਪਾਵਨ ਸਥਾਨ ਤੋਂ ਜਿੱਥੇ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਨੇ ਸੰਸਾਰਕ ਯਾਤਰਾ ਸੰਪੂਰਨ ਕੀਤੀ ਹੈ। ਆਪ ਨੂੰ ਪਤਾ ਹੋਵੇ ਜਿੱਥੇ ਗੁਰੂ ਨਾਨਕ ਪਾਤਸ਼ਾਹ ਸਾਹਿਬ ਦੇ ਸਰੀਰ ਦਾ ਸੰਪੂਰਨ ਸੰਸਕਾਰ ਕੀਤਾ, ਉਹ ਤਾਂ ਰਾਵੀ ਦਰਿਆ ਕੁਝ ਸਮੇਂ ਬਾਅਦ ਹੀ ਰੁੜ ਕੇ ਲੈ ਗਿਆ ਸੀ। ਪਰ ਉਸ ਕਿਨਾਰੇ ਤੋਂ ਥੋੜ੍ਹੀ ਜਿਹੀ ਮਿੱਟੀ ਲੈ ਕੇ ਕਰਤਾਰਪੁਰ ਸਾਹਿਬ ਕੇ ਜਿਹਨੂੰ ਜਾਣ ਦਾ ਵਕਤ ਮਿਲਿਆ, ਉਹ ਨਿਸ਼ਾਨ ਬਣਾਏ। ਕਰਤਾਰਪੁਰ ਸਾਹਿਬ ਖੇਤੋਂ ਮਿੱਟੀ ਲੈ ਕੇ ਦਰਿਆ ਦੇ ਉਰਲੇ ਪਾਸੇ ਡੇਰਾ ਬਾਬਾ ਨਾਨਕ ਬਣਾ ਲਿਆ ਗਿਆ। ਇਹ ਹੈ ਕਿ ਮਿੱਟੀ ਥੋੜ੍ਹੀ ਲਿਆਂਦੀ ਉੱਥੋਂ, ਗੱਲ ਤੇ ਮਨੌਤ ਦੀ ਹੈ ਨਾ ਕਿ ਉਹਨਾਂ ਦੇ ਜੀਵਨ ਨੂੰ ਪੂਜਿਆ ਜਾ ਰਿਹਾ ਹੈ। ਇਸੇ ਤਰ੍ਹਾਂ ਆ ਜਿਹੜੇ ਧਾਰਮਿਕ ਮੰਡਲ 'ਚ ਨਹੀਂ ਗਏ, ਜਿਹਨਾਂ ਪਰ ਕ੍ਰਾਂਤੀਕਾਰੀ ਸ਼ਹੀਦ ਕੇ ਨੇ, ਆਜ਼ਾਦੀ ਦੇ ਘੁਲਾਟੀਏ ਨੇ, ਇਹਨਾਂ ਦੇ ਥਾਂ ਥਾਂ 'ਤੇ ਨਿਸ਼ਾਨ ਬਣੇ ਨਾ, ਪੂਜੇ ਜਾ ਰਹੇ ਨੇ। ਅਤੇ ਦੂਜੇ ਪਾਸੇ ਉਹ ਲੋਕ ਜਿਹੜੇ ਇਹਨਾਂ 'ਚੋਂ ਨਾ ਨਾਮ ਜਪ ਸਕੇ, ਨਾ ਦਾਨ ਕਰ ਸਕੇ, ਨਾ ਪਵਿੱਤਰਤਾ ਕਰ ਸਕੇ, ਉਹਨਾਂ ਦੇ ਮਿੱਟੀ ਪੁੱਟੀ ਜਾਂਦੀ, ਧੂੜ ਧੁਮਾਈ। ਆ ਵੇਖਿਆ ਹੋਣਾ ਸ਼ਾਇਦ ਪਿਛਲੇ ਦਿਨਾਂ 'ਚ ਆਪਾਂ ਮੁਕਤਸਰ ਸਾਹਿਬ ਦਾ ਦਿਨ ਮਨਾਇਆ। ਆਪ ਨੂੰ ਉੱਥੇ ਮੁਕਤਸਰ ਸਾਹਿਬ ਜਾਣ ਦਾ ਕਿਸੇ ਨੂੰ ਵਕਤ ਮਿਲਿਆ ਹੋਵੇਗਾ। ਉਹ ਹੈ ਨਾ ਥੋੜ੍ਹੀ ਦੂਰ ਇੱਕ ਕਬਰ, ਅਤੇ ਸ਼ਰਧਾਲੂ ਉੱਥੇ ਵੀ ਜਾ ਕੇ ਆਪਣਾ ਜੋੜਾ ਉਤਾਰ ਕੇ ਚੱਪਲ ਮਾਰ ਕੇ ਆਉਂਦਾ ਨਾ, ਧੂੜ ਉਡਾਉਂਦਾ ਉੱਥੋਂ ਦੀ ਜਾਂਦਾ ਹੈ ਮੁਕਤਸਰ ਸਾਹਿਬ ਮੱਥਾ ਟੇਕਣ, ਅਤੇ ਥੋੜ੍ਹੀ ਦੂਰ ਬਣੀ ਕਬਰ 'ਤੇ ਜਾ ਕੇ ਚੱਪਲਾਂ ਮਾਰਦਾ ਨਾ, ਜੁੱਤੀਆਂ ਮਾਰਦਾ ਨਾ, ਉਹਦੀ ਧੂੜ ਪੁੱਟਦਾ ਨਾ, ਅੱਜ ਵੀ ਉਡਾਉਂਦਾ ਨਾ ਉਹਦੀ ਕਬਰ ਦੀ ਧੂੜ। ਪਤਾ ਕਿਉਂ? ਉਹ ਬੰਦਾ ਨਾ ਨਾਮ ਜਪਦਾ ਸੀ, ਨਾ ਨਿਸ਼ਨਾਨ ਵਾਲਾ ਕੰਮ ਕੀਤਾ, ਨਾ ਦਾਨ ਵਾਲਾ ਕੰਮ ਕੀਤਾ, ਬਲਕਿ ਗੁਰੂ ਸਾਹਿਬ ਜੀ 'ਤੇ ਅਚਨਚੇਤ ਧੋਖੇ ਦੇ ਨਾਲ ਉਹਨੇ ਹਮਲਾ ਕੀਤਾ। ਅਤੇ ਅੱਜ ਵੀ ਉਹਦੀ ਲੋਕ ਮਿੱਟੀ ਪੁੱਟਦੇ ਨੇ। ਐਸਾ ਵਿਅਕਤੀ ਜਿਹੜਾ ਇਹਨਾਂ ਤਿੰਨਾਂ ਚੀਜ਼ਾਂ ਤੋਂ ਹੀਣਾ ਹੈ, ਉਹ ਮਨਮੁਖ ਹੈ, ਅਤੇ ਤਿਤ ਤਨ ਧੂੜ ਧਮਾਈ, ਉਹਦੀ ਫਿਰ ਮਿੱਟੀ ਪੁੱਟੀ ਜਾਂਦੀ ਹੈ, ਖੇ ਮਿੱਟੀ 'ਚ ਰਲ ਜਾਂਦਾ ਹੈ, ਉਹਦਾ ਜੀਵਨ ਕਿਸੇ ਲੇਖੇ ਨਹੀਂ ਦਾ। ਮਹਾਰਾਜ ਕਹਿਣ ਲੱਗੇ, ਹੁਕਮ ਭਇਆ ਬਾਹਰ ਘਰ ਛੋੜਿਆ, ਖਿਨ ਮਹਿ ਭਈ ਪਰਾਈ, ਨਾਮ ਦਾਨ ਇਸ਼ਨਾਨ ਨਾ ਮਨਮੁਖ, ਤਿਤ ਤਨ ਧੂੜ ਧਮਾਈ, ਉੱਥੇ ਤੇ ਭੇਖੇ ਮਿੱਟੀ ਉੱਡਦੀ ਹੈ। ਕੀ ਕਰੀਏ ਫਿਰ ਅਸੀਂ ਪਰਿਵਾਰਕ ਦਰਸ਼ਨ ਵਿੱਚ ਹਾਂ, ਸਮਾਜਿਕ ਦਰਸ਼ਨ ਵਿੱਚ ਵਿਚਰਨਾ ਹੈ, ਅਤੇ ਸਮਾਜਿਕ ਅਤੇ ਪਰਿਵਾਰਕ ਦਰਸ਼ਨ ਦੇ ਵਿੱਚ ਰਹਿੰਦਿਆਂ ਇੱਕ ਦਿਨ ਇਹਨੂੰ ਛੱਡ ਜਾਣਾ। ਛੱਡਣਾ ਚਾਹੁੰਦੇ ਨਹੀਂ ਪਰ ਛੁੱਟ ਜਾਣਾ, ਅਤੇ ਫਿਰ ਅਗਲੇ ਅਧਿਆਤਮਿਕ ਦਰਸ਼ਨ 'ਚ ਪ੍ਰਵੇਸ਼ ਕਰ ਜਾਣਾ, ਜਿਹਨੂੰ ਆਦਰਸ਼ ਮੰਡਲ ਪਰਲੋਕ ਆਪਾਂ ਕਹਿੰਦੇ ਹਾਂ। ਉੱਥੇ ਕੀ ਕਰਾਂ? ਉੱਥੇ ਜਾ ਕੇ ਫਿਰ ਸਾਨੂੰ ਗੁਰਮੁਖ ਅਤੇ ਮਨਮੁਖ ਦੇ ਰੂਪ ਦੇਖਿਆ ਜਾਣਾ। ਉੱਥੇ ਇਹ ਤੇ ਛੁੱਟ ਜਾਣਾ, ਉੱਥੇ ਸਾਡੀ ਕਿਸੇ ਬਾਤ ਪੁੱਛਣੀ ਨਹੀਂ। ਤਾਂ ਹੀ ਤਾਂ ਮਹਾਰਾਜ ਕਹਿਣ ਲੱਗੇ, ਮਨ ਰੇ ਕੌਣ ਕੁਮਤ ਤੈ ਲੀਨੀ, ਪਰਦਾਰਾ ਨੰਦਿਆ ਰਸ ਰਚਿਓ, ਰਾਮ ਭਗਤ ਨੇ ਕੀ ਨੇ। ਉੱਥੇ ਰਾਮ ਭਗਤੀ ਨੇ ਕੰਮ ਆਉਣਾ ਸੀ। ਇਸ ਕਰਕੇ ਕੰਮ ਕਰ, ਮਾਨੁਸ਼ ਦੇਹ ਪਾਏ ਪਦ ਹਰ ਭਜ, ਉਹ ਭਾਈ ਤੈਨੂੰ ਮਨੁੱਖਾਂ ਦੇ ਪ੍ਰਾਪਤ ਹੋਈ, ਹਰੀ ਦਾ ਭਜਨ ਕਰ ਲੈ, ਨਾਨਕ ਬਾਤ ਬਤਾਈ। ਇਹ ਤੈਨੂੰ ਕੰਮ ਦੀ ਗੱਲ ਦੱਸਦੇ ਹਾਂ। ਇਹ ਗੱਲ ਨਾ ਤੇਰੇ ਪੇਸ਼ਾ ਕਿ ਤੂੰ ਚੰਗਾ ਬੇਟਾ ਬਣੇ ਕਿ ਨਾ ਬਣੇ, ਹੋ ਸਕਦਾ ਤੈਨੂੰ ਕੋਈ ਚੰਗਾ ਪੁੱਤਰ ਧੀ ਕਹੇ ਕਿ ਨਾ, ਪਰ ਜਦੋਂ ਤੂੰ ਅੱਗੇ ਜਾਏਗਾ ਤੇਰੀ ਬਾਤ ਪੁੱਛੀ ਜਾਏਗੀ। ਇਸ ਕਰਕੇ ਮਨ ਮਾਨਿਆ ਨਾਮ ਸਿਖਾਈ। ਕਹਿਣ ਲੱਗੇ ਮੇਰਾ ਤੇ ਮਨ ਮੰਨ ਗਿਆ ਕਿ ਮੇਰਾ ਅੰਤ ਦਾ ਸਿਖਾਈ ਨਾਮ ਹੈ। ਅੱਜ ਜਿਤਨੇ ਰਿਸ਼ਤੇ ਨੇ ਸਾਡੇ, ਜਿਨ੍ਹਾਂ ਦੇ ਅਸੀਂ ਚੰਗੇ ਬਣਨਾ ਚਾਹੁੰਦੇ ਹਾਂ, ਜੋ ਸਾਨੂੰ ਚੰਗੇ ਰੂਪ ਦੇਖਣਾ ਚਾਹੁੰਦੇ ਨੇ, ਜੋ ਸਾਨੂੰ ਚੰਗਾ ਪੁੱਤਰ, ਚੰਗਾ ਜਵਾਈ, ਚੰਗਾ ਭਰਾ, ਚੰਗਾ ਪਿਤਾ ਦੇਖਣਾ ਚਾਹੁੰਦੇ ਨੇ, ਪਰ ਕੀ ਇਹ ਸਾਡੀ ਉਦੋਂ ਵੀ ਬਾਤ ਪੁੱਛਣਗੇ ਜਦੋਂ ਸਾਡੇ ਕੋਲ ਸਰੀਰ ਨਹੀਂ ਹੋਏਗਾ, ਜਿਹਦਾ ਜ਼ਿਕਰ ਅਸੀਂ ਪੜ੍ਹਿਆ, ਮਾਤ ਪਿਤਾ ਬਨਤਾ ਸੁਤਬੰਧਪ ਈਸ਼ਟ ਮੀਤ ਅਰ ਭਾਈ। ਇਹ ਸਾਰੇ ਕੌਣ ਹੈ? ਪੂਰਬ ਜਨਮ ਕੇ ਮਿਲੇ ਸੰਜੋਗੀ। ਅਸੀਂ ਸੰਜੋਗੀ ਹਾਂ ਇੱਕ ਦੂਜੇ ਦੇ, ਲੈਣ ਦੇਣਾ ਬਾਕੀ ਸਾਡਾ। ਅਸਾਂ ਦੇ ਭੈਣ ਭਰਾਵਾਂ ਦੇ ਰੂਪ 'ਚ ਕੁਝ ਲੈਣ ਦੇਣ ਬਾਕੀ, ਮਾਤਾ ਪਿਤਾ 'ਚ ਕੁਝ ਲੈਣ ਦੇਣ ਬਾਕੀ ਹੈ। ਸੰਜੋਗ ਨੇ ਸਾਡੇ, ਜਦੋਂ ਉਹ ਲੈਣ ਦੇਣ ਬਾਕੀ ਮੁੱਕ ਜਾਂਦਾ ਹੈ, ਉਹ ਰਿਸ਼ਤਾ ਟੁੱਟ ਜਾਂਦਾ ਹੈ। ਕਈ ਵਾਰ ਅਸੀਂ ਦੇਖਿਆ ਹੋਣਾ, ਸਕੇ ਭਰਾ ਤਾਂ ਉਮਰ ਬੋਲਦੇ ਨਹੀਂ ਗੇ, ਇੱਕ ਦਿਨ ਕੋਈ ਲੈਣ ਦੇਣ ਨਹੀਂ। ਪਤਾ ਕਿਉਂ? ਸੰਜੋਗ ਮੁੱਕ ਗਿਆ। ਪਰ ਬਾਕੀਆਂ ਨਾਲ ਹੈਗਾ, ਇਸ ਕਰਕੇ ਜੀ ਰਹੇ ਹਾਂ।
सके भरावां नाल नहीं है, माता पिता नाल नहीं है। कई बार ऐसे हुंदा संतान तो विछड़ जाईदा। बहुत ऐसे दर्शन, बारीक दर्शन है कि किसका कितना समा संजोग है, उतना समा ही असीं उहदे नाल हंडणा है। ते जदों उहदे नाल साडा लैण देन मुक गया, असीं उहदे नालों हंडणा विछड़ जाना है। वो भावें विलके ते भावें रोवे, ते भावें अगला साठा रहन साथों दूर जाना चाहे, अगर साडा लैण देन बाकी है तो असीं उहदा पिछा नहीं छड़ सकते, गल पए रहांगे एक दूजे दे। आ रिश्ते कई बार वेखे है, असीं एक दूजे तो पिछा छुड़ाना चाहते हैं पर छुटते नहीं, पता क्यों? साडे संजोग बाकी ने, कुछ लैण देन बाकी ने। जदों लैण देन मुक गया, असां संसार च नहीं रहना। जिहदा जिहदा लैण देन छुटदा जांदा है, उस रिश्ते तो साडा संबंध भी टुटदा जांदा है। आई गल समझ आ जाती है। अंत सब संपूर्णता तक, लास्ट मोमेंट तक कौन साथी है? कहने लगे नाम सखाई। जे इत्थे ना तो मजे की गल है कि नाम जपना इत्थे ही है। इन्हां भैन भरावां धीआं पुत्रां दे विच रह के जपना है। नाम सखाई, मन मानिया, मन मन गया। ये समझ आ गई है। कहने लगे किदां मन मन गया तेरा भाई? गुरु पातशाह चूंकि टिप्पणी करते करते अध्यात्मिक दर्शन च ले जाते हैं। कहने लगे जिहड़ा तो बड़ा वड्डा अपने आप को कहता सी, वो तो वेख लिया सी तमाशा संसार का। शायद इसे करके दशमेश देखने आए जगत तमाशा, मैं जगत का तमाशे देख रहा, होर हो की रहे थे। इत्थे असीं भैन भरा के रूप च वरत रहे हाँ, एक्चुअली कुछ भी तो नहीं आ। मन मानिया, हुण मेरा मन मन गया है। समझ आई थोड़ी जी? की समझ आई? समझ आई नाम सखाई, मेरा साथी नाम है। आ रिश्ते भैन भरा नहीं। हुण की करेंगा? कह लगे पाए परों गुरु के बलहार है। मैं अपने गुरु के पैरी पै जाता, टुट जाता। समझ आ गई कि नाम ही सखाई है, तो नाम का दाता तो सतगुरु है। बाकी रिश्ते तो माता पिता ते राही मिले तो मुक जाने ने। ये नाम का जिहड़ा सिलसिला है, ये गुरु तो मिलता है। पाए परों गुरु कै बलहार है, मैं अपने पैरी पै जावां अपने गुरु ते बलिहार जावां अपने गुरु के। जिन साची बूझ बुझाई, जिसने मैनू सच्ची सच्ची गल समझाती कि भलिया आ संसार के रिश्ते बहुत चंगे ने, माँ बाप के रिश्ते चंगे ने, भैन भरा के रिश्ते चंगे ने, सौरे जवाई के रिश्ते बहुत चंगे ने, पर ये सदा दे साथी नहीं गे। ते सदा का साथी नाम है जिन साची बूझ बुझाई, जिन सच्ची गल मैनू दसती। इस करके यतन करिए असीं भी गल किते समझ सकीए ते अपने गुरु के बलिहार, गुरु के चरणे पे। ताई सतगुरु नानक कहते हैं बलिहारी गुरु अपना है, देवहाड़ी सदवार, जिन मानस ते देवते की करत न लागी बार। इतने को बचन प्रवान करना शब्द जोगले दार्शनिक पक्ष ने आपां कल बैठ के वाचांगे। भुल चुक दी खिमा, आसीस ते प्यार दिन फतेह बुलावना जी। वाहिगुरू जी का खालसा, वाहिगुरू जी की फतेह।